ਅੰਮ੍ਰਿਤਸਰ 4 ਜਨਵਰੀ ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਪਾਬੰਦੀਆਂ ਲਾਗੂ ਕੀਤੀਆਂ ਹਨ। ਇਸ ਸੰਬੰਧੀ ਜਾਰੀ ਹੁਕਮਾਂ ਅੰਮ੍ਰਿਤਸਰ ਤੋਂ ਰਿਪੋਰਟਰ ਵਿਸ਼ਾਲ ਸ਼ਰਮਾ ਰਿਪੋਰਟਿੰਗ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਹੈ ਉਹਦੇ 'ਚ ਮੇਰੇ ਵੱਲੋਂ ਔਰ ਸੀਪੀ ਸਾਹਿਬ ਵੱਲੋਂ ਤੁਹਾਨੂੰ ਜਿਹੜੀ ਇਮੀਡੀਏਟ ਇਨਫੋਰਮੇਸ਼ਨ ਦੇਣ ਵਾਲੀ ਇਹ ਹੈ ਕਿ ਸਾਰਿਆਂ ਨੂੰ ਪਤਾ ਹੈ ਕੋਵਿਡ ਦੀ ਜਿਹੜੀ 3rd ਵੇਵ ਹੈ ਉਹ ਪਿਛਲੇ 3 ਦਿਨਾਂ ਤੋਂ ਆਪਣੇ ਕੇਸਿਸ ਔਨ ਰਾਈਜ਼ ਹੈਗੇ ਨੇ। ਇੱਕ ਦਿਨ 19 ਕੱਲ੍ਹ 20 ਅੰਮ੍ਰਿਤਸਰ ਦੇ ਵਿੱਚ ਵੀ ਉਸੇ ਪੈਟਰਨ 'ਤੇ ਨੰਬਰ ਆਫ ਕੇਸਿਸ ਇੱਕਦਮ ਵਧਣੇ ਸ਼ੁਰੂ ਹੋ ਗਏ ਨੇ। ਉਹਦੇ ਵਿੱਚ ਸਾਡੇ ਵੱਲੋਂ ਦੁਬਾਰਾ ਤੋਂ ਕੁਝ ਰਿਸਟ੍ਰਿਕਸ਼ਨਸ ਗਵਰਨਮੈਂਟ ਵੱਲੋਂ ਲਗਾ ਦਿੱਤੀਆਂ ਗਈਆਂ ਨੇ ਔਰ ਉਹ ਰਿਸਟ੍ਰਿਕਸ਼ਨਸ ਕੀ ਨੇ, ਇੱਕ ਤਾਂ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਨੇ। ਦੂਸਰਾ ਅਸੀਂ ਫਿਰ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਜਿਹੜੀ ਚੀਜ਼ ਤੋਂ ਆਪਾਂ ਨੂੰ ਲੱਗ ਰਿਹਾ ਸੀ ਕਿ ਵੀ ਸ਼ਾਇਦ ਬਿਲਕੁਲ ਕੋਵਿਡ ਖਤਮ ਹੋ ਗਿਆ ਹੈ, ਪਤਾ ਸਾਰਿਆਂ ਨੂੰ ਸੀ ਕਿ ਕੋਵਿਡ ਆਲੇ ਦੁਆਲੇ ਹੈਗਾ ਹੈ, ਲੇਕਿਨ ਫਿਰ ਵੀ ਆਪਾਂ ਅਵੇਸਲੇ ਹੋ ਗਏ ਸੀ ਵੀ ਸ਼ਾਇਦ ਆਪਾਂ 3rd ਵੇਵ ਨਾ ਹੀ ਆਵੇ। ਲੇਕਿਨ ਜੋ ਆਪਾਂ ਦੇਖ ਰਹੇ ਹਾਂ ਕਿ ਵੀ ਹੈਵ ਐਂਟਰਡ ਦਾ 3rd ਵੇਵ, ਸੋ ਪ੍ਰੀਕਾਸ਼ਨਸ ਆਪਾਂ ਨੂੰ ਇਮੀਡੀਏਟਲੀ ਹੁਣ ਦੁਬਾਰਾ ਲੈਣੇ ਪੈਣੇ ਨੇ। ਸੋ ਜਿਹੜੀਆਂ ਡਾਇਰੈਕਸ਼ਨਸ ਇਮੀਡੀਏਟ ਇਫੈਕਟ ਤੋਂ ਇਸ਼ੂ ਹੋ ਚੁੱਕੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰ ਲੈਣਾ। ਸੋਸ਼ਲ ਡਿਸਟੈਂਸਿੰਗ ਦੇ ਔਰ ਜਿਹੜੇ ਤੁਹਾਡੇ ਵੇਅਰਿੰਗ ਆਫ ਮਾਸਕ ਦੇ ਨੋਰਮਸ ਨੇ ਜੀ ਉਹ ਪਹਿਲਾਂ ਵਾਂਗੂ ਸਿਮਿਲਰ ਤੌਰ 'ਤੇ ਸਾਰੇ ਪਬਲਿਕ ਪਲੇਸਿਸ ਤੇ ਆਫਿਸਿਸ ਉਸੇ ਤਰੀਕੇ ਨਾਲ ਲਾਗੂ ਹੋਣਗੇ। ਮਾਸਕ ਦੁਬਾਰਾ ਤੋਂ ਕੰਪਲਸਰੀ ਹੋ ਗਿਆ ਹੈਗਾ ਔਰ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਜਿਹੜੇ ਨੇ ਉਹ ਵੀ ਸਾਰੇ ਫੋਲੋ ਕਰਨੇ ਪੈਣੇ ਨੇ। ਨਾਈਟ ਕਰਫਿਊ ਮਿਊਨਿਸਪਲ ਏਰੀਆ ਦੇ ਵਿੱਚ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸਾਰੇ ਮਿਊਨਿਸਪਲ ਟਾਊਨਸ ਦੇ ਵਿੱਚ ਮੀਨਸ ਕਿ ਅੰਮ੍ਰਿਤਸਰ ਸ਼ਹਿਰ 'ਚ ਵੀ ਔਰ ਜਿਹੜੇ ਕਸਬੇ ਨੇ ਮਿਊਨਿਸਪਲ, ਚਾਹੇ ਉਹ ਜੰਡਿਆਲਾ ਗੁਰੂ ਹੈ ਜਾਂ ਉਹਨਾਂ ਦੇ ਮਿਊਨਿਸਪਲ ਟਾਊਨਸ ਦੇ ਵਿੱਚ ਨਾਈਟ ਕਰਫਿਊ ਲਾਗੂ ਹੋਏਗਾ। ਲੇਕਿਨ ਇਹਦੇ ਦੌਰਾਨ ਜਿਸ ਤਰ੍ਹਾਂ ਅਸੀਂ ਪਹਿਲਾਂ ਛੋਟ ਦਿੰਦੇ ਸੀ, ਕੋਈ ਇੰਡਸਟਰੀਅਲ ਵਰਕਰ ਹੈ ਉਹਨਾਂ ਦੀ ਸ਼ਿਫਟ ਰਾਤ ਨੂੰ ਚੱਲ ਰਹੀ ਹੈ, ਕੋਈ ਏਅਰਪੋਰਟ ਤੋਂ ਤੁਹਾਡਾ ਵਾਪਸ ਫਲਾਈਟ ਹੈਗੀ ਹੈ ਉਹ ਲੋਕਾਂ ਨੇ ਘਰਾਂ 'ਚ ਜਾਣਾ ਹੈ, ਜਾਂ ਜਿਹੜੇ ਕੋਈ ਰਾਤ ਨੂੰ ਨਾਈਟ ਟਰੈਵਲ ਕਰ ਰਹੇ ਹੈਗੇ ਨੇ ਉਹ ਆਪਣੀ ਡੈਸਟੀਨੇਸ਼ਨਸ 'ਤੇ ਜਾ ਸਕਦੇ ਆ, ਉਹਨਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਹੋਏਗੀ। ਸਾਰੇ ਸਕੂਲ ਐਂਡ ਕਾਲਜਿਸ ਨੂੰ ਔਨਲਾਈਨ ਮੋਡ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਆਫਲਾਈਨ ਕਲਾਸਿਸ ਬੰਦ ਕਰਨ ਔਰ ਇਮੀਡੀਏਟਲੀ ਔਨਲਾਈਨ ਜੋ ਵੀ ਉਹਨਾਂ ਦੇ ਪ੍ਰੋਸੈਸ ਚੱਲ ਰਿਹਾ ਹੈ, ਸਿਲੇਬਸ ਕੰਪਲੀਟ ਕਰਨੇ ਨੇ, ਉਹ ਔਨਲਾਈਨ ਮੈਥਡ ਦੇ ਨਾਲ ਦੁਬਾਰਾ ਔਨਲਾਈਨ ਚੱਲਣਗੇ। ਐਕਸੈਪਟ ਨਰਸਿੰਗ ਅਤੇ ਮੈਡੀਕਲ ਕਾਲਜਿਸ ਉਹ ਆਫਲਾਈਨ ਵੀ ਲੱਗੇ ਰਹਿਣਗੇ। ਸਾਰੇ ਬਾਰ ਸਿਨੇਮਾ ਹਾਲਸ ਜਿੰਨੇ ਵੀ ਹੈਗੇ ਨੇ ਜੀ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੀ 50% ਕਪੈਸਿਟੀ 'ਤੇ ਵਰਕ ਕਰਨਗੇ। ਜਿਮ, ਸਟੇਡੀਅਮ, ਸਵਿਮਿੰਗ ਪੂਲ ਇਹ ਬੰਦ ਕਰ ਦਿੱਤੇ ਗਏ ਨੇ ਜੀ। ਏਸੀ ਬੱਸਿਸ 50% ਕਪੈਸਿਟੀ 'ਤੇ ਚੱਲਣਗੀਆਂ। ਦਫ਼ਤਰਾਂ 'ਚ, ਫੈਕਟਰੀਆਂ 'ਚ, ਪ੍ਰਾਈਵੇਟ ਅਦਾਰਿਆਂ 'ਚ ਕੇਵਲ ਵੈਕਸੀਨੇਟਡ ਸਟਾਫ ਹੀ ਅਲਾਊਡ ਹੋਏਗਾ। ਬਿਨਾਂ ਵੈਕਸੀਨੇਸ਼ਨ ਤੋਂ ਕੋਈ ਬੰਦਾ ਉੱਥੇ ਆਪਣਾ ਦਫ਼ਤਰਾਂ 'ਚ, ਭਾਵੇਂ ਉਹ ਪ੍ਰਾਈਵੇਟ ਨੇ ਭਾਵੇਂ ਸਰਕਾਰੀ ਨੇ ਜਾਂ ਉਹ ਫੈਕਟਰੀ ਹੈ ਜਾਂ ਇੰਡਸਟਰੀ ਹੈ, ਕੋਈ ਵੀ ਅਲਾਊਡ ਨਹੀਂ ਹੋਏਗਾ। ਪੰਜਾਬ 'ਚ ਐਂਟਰੀ ਉਸੇ ਦੀ ਹੋਏਗੀ ਜਿਹੜੇ ਬੰਦੇ ਜਿਹੜੇ ਨੇ ਫੁੱਲੀ ਵੈਕਸੀਨੇਟਡ ਨੇ, ਜਾਂ ਜਿਨ੍ਹਾਂ ਕੋਲ ਜੇ ਨਹੀਂ ਵੈਕਸੀਨੇਟਡ ਤੇ ਤੁਹਾਡੇ ਕੋਲ 72 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਅਦਰਵਾਈਜ਼ ਰੈਟ ਦਾ ਟੈਸਟ ਜਿਹੜਾ ਹੈਗਾ ਉਹ ਮੌਕੇ 'ਤੇ ਹੋਏਗਾ ਸਾਰਿਆਂ ਦਾ। ਗੈਦਰਿੰਗਸ ਦਾ ਬੜਾ ਅਹਿਮ ਪਾਰਟ ਹੈ। 500 ਇਨਡੋਰ, 700 ਆਊਟਡੋਰ ਔਰ ਕੈਪ ਹੈ 50% ਕਪੈਸਿਟੀ। ਜੇ ਕੋਈ ਹਾਲ 50% ਕਪੈਸਿਟੀ ਦਾ ਮਤਲਬ ਹੈ ਵੀ ਹਾਲ ਹੀ 200 ਬੰਦੇ ਨੂੰ ਅਕੋਮੋਡੇਟ ਕਰ ਸਕਦਾ ਹੈ ਤੇ ਉਹ 500 ਨਹੀਂ ਮੰਨਿਆ ਜਾਏਗਾ, ਉਹ ਆਪਣੀ 50% ਕਪੈਸਿਟੀ 'ਤੇ ਹੀ, ਇਹਦਾ ਮਤਲਬ ਉਹ 100 ਬੰਦਾ ਹੀ ਕਰ ਸਕੇਗਾ। ਇਹ ਇਸ ਤਰੀਕੇ ਨਾਲ ਗੈਦਰਿੰਗ ਦੇ ਨੋਰਮਸ ਹੋਣਗੇ। ਦੂਸਰਾ, ਜਿਹੜੇ ਵੀ ਆਰਗੇਨਾਈਜ਼ਰਸ ਨੇ ਫੈਸਟੀਵਲ ਗੈਦਰਿੰਗਸ ਵਗੈਰਾ ਕਰ ਰਹੇ ਨੇ, ਜਿੱਥੇ ਵੀ ਉਹ ਚਾਹੇ ਰਿਲੀਜੀਅਸ ਨੇ, ਦੂਜਾ ਸਿਰਫ ਵੈਕਸੀਨੇਟਡ ਲੋਕ ਅਲਾਊਡ ਹੋਣਗੇ। ਪਬਲਿਕ ਪਲੇਸਿਸ 'ਤੇ ਵੀ ਜਿਹੜੀਆਂ ਕੋਈ ਲੋਕੀ ਜਾ ਰਹੇ ਨੇ, ਬਾਜ਼ਾਰਾਂ, ਸਬਜ਼ੀ ਮੰਡੀ, ਇਹਨਾਂ ਦੀ ਤੁਰੰਤ ਪ੍ਰਭਾਵ ਤੋਂ ਚੈਕਿੰਗ ਸ਼ੁਰੂ ਹੋ ਜਾਣੀ ਹੈ ਕਿ ਤੁਹਾਡੇ ਕੋਲ ਵੈਕਸੀਨੇਟਡ ਜੇ ਰਿਕਾਰਡ ਹੈ, ਅਦਰਵਾਈਜ਼ ਸਾਰਿਆਂ ਨੂੰ ਅਲਾਊਡ ਨਹੀਂ ਹੋਏਗਾ ਪਬਲਿਕ ਸਪੇਸਿਸ 'ਤੇ ਵੀ ਜਾਣਾ। ਉਸ ਤੋਂ ਬਾਅਦ ਜਿਹੜੇ ਸਰਟੀਫਿਕੇਟਸ ਨੇ ਤੁਹਾਡੇ ਕੋਲ, ਲੋਕਾਂ ਦੇ ਕੋਲ ਆਪਣੇ ਰਿਕਾਰਡ ਜਿਹੜੇ ਨੇ ਕੋਵਿਨ ਪੋਰਟਲ ਦੇ ਉੱਤੇ ਤੁਸੀਂ ਆਪਣਾ ਮੋਬਾਈਲ ਨੰਬਰ ਦਿੰਦੇ ਹੋ, ਆਰੋਗਿਆ ਸੇਤੂ ਐਪ ਦੇ ਉੱਤੇ ਜਾਂਦੇ ਹੋ, ਉੱਥੇ ਮੋਬਾਈਲ ਨੰਬਰ ਭਰਦੇ ਹੋ ਅਤੇ ਇਮੀਡੀਏਟਲੀ ਤੁਹਾਡਾ ਡਾਊਨਲੋਡ ਹੋ ਕੇ PDF ਫਾਰਮ ਚਾਹੇ ਤੁਸੀਂ ਮੋਬਾਈਲ ਫੋਨ 'ਤੇ ਰੱਖ ਲਓ ਜਾਂ ਉਹਦੀ ਹਾਰਡ ਕਾਪੀ ਰੱਖ ਲਓ, ਇਹ ਤੁਹਾਡੇ ਕੋਲ ਰਿਕਾਰਡ ਅਵੇਲੇਬਲ ਹੋਣਾ ਚਾਹੀਦਾ ਹੈ। ਔਰ ਜੇ ਕਿਸੇ ਕੋਲ ਸਮਾਰਟਫੋਨ ਨਹੀਂ ਹੈ ਤਾਂ ਉਹਨਾਂ ਦੇ ਕੋਲ ਮੈਸੇਜ ਆਇਆ ਹੋਏਗਾ ਉਹਨਾਂ ਦੀ ਵੈਕਸੀਨੇਸ਼ਨ ਦਾ, ਉਹ ਵੀ ਇੱਕ ਰਿਕਾਰਡ ਦੇ ਤੌਰ 'ਤੇ ਮੰਨਿਆ ਜਾਏਗਾ।
ਪ੍ਰਿੰਸੀਪਲ ਆਫ ਨੋ ਮਾਸਕ ਨੋ ਸਰਵਿਸ ਇਹ ਫੋਲੋ ਹੋਏਗਾ ਕਿ ਜਿੱਥੇ ਲੋਕਾਂ ਨੇ ਮਾਸਕ ਨਹੀਂ ਲਾਇਆ ਤੇ ਉਹਨਾਂ ਨੂੰ ਈਵਨ ਅਸੀਂ ਸਰਵਿਸ ਵੀ ਡਿਨਾਈ ਕਰਾਂਗੇ, ਪਬਲਿਕ ਸਰਵਿਸ ਵੀ। ਜਿਹੜਾ ਅਸੀਂ ਸੁਵਿਧਾ ਕੇਂਦਰ ਇਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜਿਹੜਾ ਬੰਦਾ ਆ ਰਿਹਾ ਉਹਨੂੰ ਕਹੇ ਪਹਿਲਾਂ ਮਾਸਕ ਲਾ ਲਓ ਤੇ ਫਿਰ ਜਾ ਕੇ ਵੈਕਸੀਨ, ਮਤਲਬ ਕਿ ਨੋ ਮਾਸਕ ਨੋ ਸਰਵਿਸ ਪ੍ਰਿੰਸੀਪਲ ਦੇ ਇਹਨਾਂ ਨੂੰ ਕਹਿ ਵਰਕ ਕਰੋ ਤਾਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਅਵੇਅਰ ਕਰੀਏ। ਹੈਲਥ ਵਰਕਰ ਸਾਰਿਆਂ ਨੂੰ ਕਿਹਾ ਗਿਆ ਹੈਗਾ ਕਿ ਕੋਈ ਆਪਣੀ ਡਿਊਟੀ ਤੋਂ ਚਾਹੇ ਕਿਤੇ ਵੀ ਹੈ, ਉਹਨਾਂ ਨੂੰ ਕਿਹਾ ਵੀ ਆਪਣੀ ਡਿਊਟੀ ਤੋਂ ਅਬਸਟੇਨ ਨਹੀਂ ਕਰਨਾ ਬਿਕੋਜ਼ ਇਟ ਇਜ਼ ਅ ਪੈਂਡੈਮਿਕ ਲਾਈਕ ਸਿਚੁਏਸ਼ਨ, ਦੇ ਹੈਵ ਟੂ ਰਿਪੋਰਟ ਬੈਕ ਔਰ ਆਪਣੀ ਨੌਕਰੀ ਦੇ ਉੱਤੇ ਜਿਹੜੇ ਵਾਪਸ ਆ ਕੇ ਕਰਨ। ਕੋਈ ਵੀ ਹੈਲਥ ਵਰਕਰ ਆਪਣੀ ਡਿਊਟੀ ਤੋਂ ਅਬਸਟੇਨ ਨਹੀਂ ਕਰੇਗਾ। ਸੋ ਇਹ ਆਰਡਰਸ ਸਾਡੇ ਵੱਲੋਂ ਹੋਣਗੇ। ਬਾਕੀ ਸੀਪੀ ਸਾਹਿਬ ਵੀ ਜਿਹੜਾ ਹੈ ਕੁਝ ਤੁਹਾਨੂੰ ਦੱਸ ਦੇਣਗੇ ਕਿ ਇਹਨਾਂ ਦੀ ਜਿਹੜੀ ਹੈ ਇਹਨੂੰ ਲਾਗੂ ਕਰਨ ਦੇ ਵਿੱਚ ਇਮੀਡੀਏਟ ਹਦਾਇਤਾਂ ਜਾਰੀ ਵੀ ਹੋ ਜਾਣਗੀਆਂ ਔਰ ਆਉਣ ਦੇ ਦਿਨਾਂ ਦੇ ਵਿੱਚ ਇਹਨੂੰ ਸਖਤੀ ਦੇ ਨਾਲ ਗਰਾਊਂਡ ਪੱਧਰ ਤੇ ਲਾਗੂ ਕਰ ਦਿੱਤਾ ਜਾਵੇ। ਬੱਸਾਂ ਦੇ ਵਿੱਚ ਇੱਕ ਮਿੰਟ ਸੀਪੀ ਸਾਹਿਬ 2 ਮਿੰਟ। ਇਹਦੇ 'ਚ ਅੱਜ ਅਸੀਂ ਜਿਹੜੇ ਸਾਡੇ ਜਿੰਨੇ ਵੀ ਪੁਲਿਸ ਸਟੇਸ਼ਨ ਆ, ਸਾਡੇ ਜਿਹੜੇ ਆਫੀਸਰ ਸਾਹਿਬਾਨ ਆ, ਉਹਨਾਂ ਨੂੰ ਵੀ ਅਸੀਂ ਇੰਸਟਰਕਸ਼ਨਸ ਜਿਹੜੀਆਂ ਅੱਜ ਪਾਸ ਆਨ ਕਰ ਰਹੇ ਹਾਂ। ਮੇਰੀ ਰਿਕੁਐਸਟ ਆ ਤੁਸੀਂ ਵੀ ਇਹਨੂੰ ਮਾਸ ਲੈਵਲ 'ਤੇ ਪਬਲਿਕ ਦੇ ਵਿੱਚ ਇੱਕ ਅਵੇਅਰਨੈਸ ਹੋ ਜਾਵੇ, ਕਿਉਂਕਿ ਜਿੰਨੀਆਂ ਵੀ ਇੰਸਟਰਕਸ਼ਨਸ ਆ ਉਹ ਆਪਾਂ ਪਹਿਲਾਂ ਵੀ ਬਹੁਤ ਚੰਗੀ ਤਰ੍ਹਾਂ ਫੋਲੋ ਕਰਦੇ ਰਹੇ ਹਾਂ। ਜਦੋਂ ਪਹਿਲਾਂ ਵੀ ਕੋਵਿਡ ਦਾ ਟਾਈਮ ਸੀਗਾ, ਜਿੱਦਾਂ ਡੀ ਸਾਹਿਬ ਨੇ ਦੱਸਿਆ ਕੱਲ੍ਹ 19 ਕੇਸ ਆਏ ਆ, ਇੱਕ ਦਿਨ ਪਹਿਲਾਂ 20 ਕੇਸਿਸ ਆਏ ਸੀਗੇ। ਸੋ ਐਂ ਲੱਗ ਰਿਹਾ ਕਿ ਕੇਸਿਸ ਜਿਹੜੇ ਇਨਕਰੀਜ਼ 'ਤੇ ਹੋ ਗਏ ਨੇ। ਇਹਦੇ 'ਚ ਜਿਹੜਾ ਪੁਲਿਸ ਦਾ ਮੇਨ ਹੈਗਾ, ਇੱਕ ਤਾਂ ਮਾਸਕ ਦੇ ਬਾਰੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਦੁਬਾਰਾ ਤੋਂ ਅਸੀਂ ਲੋਕਾਂ ਨੂੰ ਥੋੜ੍ਹਾ ਅਵੇਅਰ ਕਰਾ ਕੇ ਫਿਰ ਉਹਦੀ ਚਲਾਣੀ ਔਰ ਜਿਹੜੇ ਬਾਕੀ ਕੋਰਸਿਵ ਐਕਸ਼ਨ ਆ ਉਸ ਤੋਂ ਬਾਅਦ ਸਟਾਰਟ ਕੀਤਾ ਜਾਊਗਾ। ਦੂਸਰਾ ਜਿਹੜਾ ਕਰਫਿਊ ਵਾਲਾ ਪਾਰਟ ਆ, 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀਆਂ ਨਾਨ ਅਸੈਂਸ਼ੀਅਲ ਐਕਟੀਵਿਟੀਜ਼ ਆ, ਨਾਨ ਅਸੈਂਸ਼ੀਅਲ ਮੂਵਮੈਂਟ ਜਿਹੜੀ ਆ ਉਹ ਬਿਲਕੁਲ ਬੈਨ ਰਹੇਗੀ। 2-3 ਗੱਲਾਂ ਇਹਦੇ 'ਚ ਜਿਹੜੀਆਂ ਰੈਲੇਵੈਂਟ ਆ ਕਈ ਵਾਰੀ, ਕਿਉਂਕਿ ਇਹਦੇ ਵਿੱਚ ਕਲੀਅਰ ਕੱਟ ਆਰਡਰ 'ਚ ਇਹ ਹੈ ਕਿ ਮਿਊਨਿਸਪਲ ਲਿਮਿਟਸ ਦੇ ਵਿੱਚ 10 ਤੋਂ 5 ਦਾ ਕਰਫਿਊ ਲਗਾਇਆ ਗਿਆ ਹੈ। ਸੋ ਅੰਮ੍ਰਿਤਸਰ ਦੇ ਆਸ-ਪਾਸ ਕਈ ਐਸੀਆਂ ਈਟਿੰਗ ਜੁਆਇੰਟਸ ਜਾਂ ਕਈ ਪਲੇਸਿਸ ਹੈਗੀਆਂ, ਹੋ ਸਕਦਾ ਲੋਕਾਂ ਨੂੰ ਲੱਗੇ ਕਿ ਸ਼ਾਇਦ ਉੱਥੇ ਕਰਫਿਊ ਨਹੀਂ ਹੈਗਾ, ਉੱਥੇ ਜਾਇਆ ਜਾ ਸਕਦਾ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਜੇ ਕੋਈ ਉੱਥੋਂ ਵਾਪਸ ਆਉਂਦਾ ਹੋਏਗਾ ਜਾਂ ਉੱਥੇ ਜਾਂਦਾ ਹੋਏਗਾ ਤਾਂ ਉਹਨੇ ਮਿਊਨਿਸਪਲ ਲਿਮਿਟਸ ਦੇ ਵਿੱਚੋਂ ਨਿਕਲ ਕੇ ਜਾਂ ਵਾਪਸ ਉੱਥੇ ਹੀ ਆਉਣਾ ਹੈ। ਸੋ ਕੋਈ ਵੀ ਵਾਇਲੇਸ਼ਨ ਨਾ ਕੀਤੀ ਜਾਵੇ, ਕਿਉਂਕਿ ਕਰਫਿਊ ਦੀ ਵਾਇਲੇਸ਼ਨ ਤੇ FIR ਰਜਿਸਟ੍ਰੇਸ਼ਨ ਦੀ ਪ੍ਰੋਵੀਜ਼ਨ ਹੈ। ਜੇ ਕੋਈ ਕਰਫਿਊ ਵਾਇਲੇਟ ਕਰਦਾ ਉਹਦੇ ਅਗੇਂਸਟ 188 ਦੇ ਨਾਲ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ FIR ਵੀ ਹੋ ਸਕਦੀ ਹੈ, ਵਹੀਕਲ ਵੀ ਇੰਪਾਊਂਡ ਹੋਏਗਾ ਔਰ ਪ੍ਰੋਪਰ ਲੀਗਲ ਐਕਸ਼ਨ ਉਹਦੇ ਵਿੱਚ ਹੋਏਗਾ। ਦੂਸਰਾ ਜਿਹੜਾ ਇਸ਼ੂ ਹੈਗਾ ਹੈ ਕਿ 500 ਦੀ ਗੈਦਰਿੰਗ ਇਨਸਾਈਡ ਅਲਾਊਡ ਆ, 700 ਦੀ ਆਊਟਸਾਈਡ ਅਲਾਊਡ ਆ। ਬਹੁਤ ਸਾਰੇ ਲੋਕਾਂ ਨੇ ਆਪਣੇ ਫੰਕਸ਼ਨਸ ਰੱਖੇ ਹੋਣਗੇ, ਮੈਰਿਜ ਫੰਕਸ਼ਨਸ ਹੋਣਗੇ ਜਿਹੜੇ ਮਿਊਨਿਸਪਲ ਲਿਮਿਟਸ ਦੇ ਵਿੱਚ ਵੀ ਹੋਣਗੇ। ਉਹਨਾਂ ਨੂੰ ਇੱਕ ਤਰ੍ਹਾਂ ਦੀ ਐਡਵਾਈਸ ਆ ਕਿ ਉਹਨੂੰ ਥੋੜ੍ਹਾ ਜਿਹਾ ਪ੍ਰੀਪੋਨ ਕਰ ਲੈਣ, ਇਸ ਤਰੀਕੇ ਨਾਲ ਕਰ ਲੈਣ ਕਿ ਉਹ 10 ਵਜੇ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਆਏ ਆ ਉਹ ਵਾਪਸ ਚਲੇ ਜਾਣ, ਤਾਂ ਜੋ ਕੋਈ ਵੀ ਕਿਸੇ ਲੀਗਲ ਐਕਸ਼ਨ ਵਾਸਤੇ ਜਿਹੜਾ ਉਹ ਕਿਤੇ ਉਹਦਾ ਭਾਗੀਦਾਰੀ ਨਾ ਬਣੇ ਕਿਸੇ ਤਰ੍ਹਾਂ ਦੇ ਲੀਗਲ ਐਕਸ਼ਨ ਨਾਲ। ਤੀਸਰਾ ਜਿਹੜੀਆਂ ਪਲੇਸਿਸ ਬਾਰੇ ਕਲੀਅਰ ਕਰ ਦਿੱਤਾ ਕਿ ਸਟੇਡੀਅਮ, ਸਵਿਮਿੰਗ ਪੂਲਸ ਔਰ ਸਪੋਰਟਸ ਕੰਪਲੈਕਸਿਸ ਤੇ ਜਿਮਸ ਇਹ ਪੂਰੀ ਤਰ੍ਹਾਂ ਬੰਦ ਰਹਿਣਗੇ ਔਰ ਜਿਹੜੇ ਬਾਰਸ, ਮਾਲਸ, ਰੈਸਟੋਰੈਂਟਸ, ਸਿਨੇਮਾ ਹਾਲਸ ਇਹ 50% ਕਪੈਸਿਟੀ 'ਤੇ ਕੰਮ ਕਰਨਗੇ। ਸੋ ਉਹ ਵੀ ਸਾਡੀ ਰਿਕੁਐਸਟ ਹੈ ਸਾਰਿਆਂ ਨੂੰ, ਉਹ ਗਾਈਡਲਾਈਨਸ ਨੂੰ ਜਿੰਨੇ ਰੈਸਟੋਰੈਂਟ ਓਨਰਸ ਨੇ, ਬਾਰ ਓਨਰਸ ਨੇ, ਸਿਨੇਮਾ ਹਾਲ ਓਨਰਸ ਨੇ, ਮਾਲਸ ਦੇ ਓਨਰਸ ਨੇ, ਉਹਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਜਾਵੇ ਉਹਨਾਂ ਗਾਈਡਲਾਈਨਸ ਨੂੰ, ਤਾਂ ਜੋ ਇਹ ਜਿਹੜੀ 3rd ਵੇਵ ਦੀ ਜਿਹੜੀ ਪੋਸੀਬਿਲਿਟੀ ਹੈ ਜਿਹੜੀ ਕਿ ਸਟਾਰਟ ਹੋਈ ਆ ਉਹਨੂੰ ਇਸੇ ਲੈਵਲ ਦੇ ਉੱਤੇ ਆਪਾਂ ਉਹਨੂੰ ਰੋਕ ਸਕੀਏ। ਤਾਂ ਜੋ ਕਿਉਂਕਿ 2nd ਵੇਵ ਜਿਹੜੀ ਸੀਗੀ ਉਹ ਆਪਾਂ ਦੇਖਿਆ ਕਿ ਬੜੀ ਆਪਾਂ ਨੂੰ ਬਹੁਤ ਆਪਾਂ ਪਰੇਸ਼ਾਨ ਹੋਏ ਸੀ, ਚਾਹੇ ਉਹਨਾਂ ਦਿਨਾਂ ਦੇ ਵਿੱਚ ਰਿਸੋਰਸਿਸ ਦੀ ਕੁਝ ਕਮੀ ਸੀਗੀ ਜਿਹੜੀ ਕਿ ਹੌਲੀ ਹੌਲੀ ਪੂਰੇ ਹੋਏ, ਪਰ ਸਟਿਲ ਹਰ ਵੇਵ ਜਿਹੜੀ ਹੁੰਦੀ ਇੱਕ ਪੈਕਿਊਲੀਅਰ ਟਾਈਪ ਦੀ ਹੁੰਦੀ ਹੈ। 1st ਵੇਵ ਦੇ ਵਿੱਚ ਹਸਪੀਟਲ ਬੈੱਡਸ ਦਾ ਇਸ਼ੂ ਸੀ, 2nd ਵੇਵ ਦੇ ਵਿੱਚ ਆਕਸੀਜਨ ਦਾ ਇਸ਼ੂ ਸੀਗਾ, ਤੇ 3rd ਵੇਵ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਦੀ, ਕਿਉਂਕਿ ਵੇਰੀਐਂਟਸ ਜਿਹੜੇ ਆ ਉਹਦੇ ਬਾਰੇ ਕਲੈਰਿਟੀ ਅਜੇ ਵੀ ਨਹੀਂ ਹੈਗੀ। ਜਿਹੜੇ ਸਾਡੇ ਕੇਸਿਸ ਆ ਰਹੇ ਆ, ਮੈਂ ਤੇ ਡੀ ਸਾਹਿਬ ਡਿਸਕਸ ਕਰ ਰਹੇ ਸੀ, ਇਹ ਨਹੀਂ ਪਤਾ ਕਿ ਕਿਹੜੇ ਵੇਰੀਐਂਟ ਆ, ਡੈਲਟਾ ਵੇਰੀਐਂਟ ਆ ਜਾਂ ਓਮਿਕਰੋਨ ਆ। ਉਹ ਜਦੋਂ ਉਹਦੀ ਜੀਨੋਮ ਸੀਕੁਐਂਸਿੰਗ ਹੋਏਗੀ ਉਦੋਂ ਕਲੀਅਰ ਹੋਏਗਾ ਉਹਦੇ ਵਿੱਚ। ਸੋ ਮੇਨ ਜਿਹੜਾ ਸਾਡਾ ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਦਾ ਮੰਤਵ ਸੀਗਾ ਉਹ ਸੀਗਾ ਕਿ ਪਬਲਿਕ ਦੇ ਵਿੱਚ ਇੱਕ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। 10 ਤੋਂ 5 ਵਾਲਾ ਜਿਹੜਾ ਉਹ ਕਲੀਅਰ ਲੋਕਾਂ ਨੂੰ ਮੈਸੇਜ ਹੋਵੇ ਕਿ 10 ਤੋਂ 5 ਮਿਊਨਿਸਪਲ ਲਿਮਿਟਸ ਦੇ ਵਿੱਚ ਨਹੀਂ ਨਿਕਲਣਾ, ਚਾਹੇ ਬਾਹਰ ਜਾ ਰਹੇ ਆ ਰਹੇ। ਇਹਦੇ ਵਿੱਚ ਜਿਸ ਤਰ੍ਹਾਂ ਡੀ ਸਾਹਿਬ ਨੇ ਕਲੀਅਰ ਕੀਤਾ, ਕੋਈ ਏਅਰਪੋਰਟ ਤੋਂ ਆ ਰਿਹਾ ਉਹਦੇ ਕੋਲ ਟਿਕਟ ਹੋਏਗੀ, ਕੋਈ ਬੋਰਡਿੰਗ ਪਾਸ ਹੋਏਗਾ, ਜਾਂ ਜਿਹੜਾ ਕਿਸੇ ਨੂੰ ਲੈਣ ਜਾ ਰਿਹਾ ਲੈ ਕੇ ਆ ਰਿਹਾ ਹੈ ਉਹਦੇ ਕੋਲ ਵੀ ਕੁਛ ਨਾ ਕੁਛ ਡਾਕੂਮੈਂਟ ਹੋਏਗਾ। ਸੇਮ ਵੈਕਸੀਨੇਸ਼ਨ ਦਾ ਵੀ ਕੋਈ ਡਾਕੂਮੈਂਟ ਨਾਕਿਆਂ ਦੇ ਉੱਤੇ ਅਸੀਂ ਪੁਲਿਸ ਅਫੀਸ਼ੀਅਲਸ ਨੂੰ ਨਾਕਿਆਂ 'ਤੇ ਵੀ ਇਹ ਕਹਾਂਗੇ ਕਿ ਸਾਰਿਆਂ ਦਾ ਵੈਕਸੀਨੇਸ਼ਨ ਸਟੇਟਸ ਚੈੱਕ ਕੀਤਾ ਜਾਵੇ, ਮਾਸਕ ਦੇ ਨਾਲ ਮੂਵਮੈਂਟ ਦੇ ਨਾਲ ਵੈਕਸੀਨੇਸ਼ਨ ਸਟੇਟਸ ਚੈੱਕ ਕੀਤਾ ਜਾਵੇ। ਸੋ ਇਹ ਸਾਡਾ ਹੈਗਾ ਅੱਜ ਦਾ ਜਿਹੜਾ ਮੰਤਵ ਸੀਗਾ। 2-3 ਦਿਨ ਪ੍ਰੋਪਰ ਅਵੇਅਰਨੈਸ ਕ੍ਰੀਏਟ ਕਰਕੇ ਪਬਲਿਕ ਦੇ ਵਿੱਚ
ਤੇ ਫਿਰ ਇਹਨੂੰ ਅਗਰੈਸਿਵ ਆਪਾਂ ਇਹਦੀ ਇੱਕ ਅਵੇਅਰਨੈਸ ਕ੍ਰੀਏਟ ਕਰੀਏ। ਦੇਖੋ ਲੀਗਲ ਐਕਸ਼ਨ ਤਦੇ ਮੈਂ ਕਹਿ ਰਿਹਾ ਕਿ ਪਹਿਲਾਂ ਆਪਾਂ ਲੋਕਾਂ ਨੂੰ ਅੱਜ ਤਾਂ ਆਪਾਂ ਆਰਡਰ ਪਾਸ ਕੀਤੇ ਡੀ ਸਾਹਿਬ ਨੇ, ਤੁਹਾਨੂੰ ਆਪਾਂ ਨਹੀਂ ਤਾਂ ਰੂਟੀਨ 'ਚ ਆਪਾਂ ਕੀ ਕਰੀਦਾ ਸੀਗਾ ਕਿ ਆਰਡਰ ਜਿਹੜੇ ਪ੍ਰੈਸ 'ਚ ਸਰਕੂਲੇਟ ਕਰਾਈਦੇ ਸੀ, ਅੱਜ ਸਪੈਸ਼ਲ ਬੁਲਾ ਕੇ ਗੱਲ ਕਰਨ ਦਾ ਪਰਪਸ ਇਹ ਹੈ ਕਿ ਲੋਕਾਂ 'ਚ ਅੱਜ ਚੰਗੀ ਤਰ੍ਹਾਂ ਮੈਸੇਜ ਚਲਾ ਜਾਵੇ, ਕੱਲ੍ਹ ਅਖਬਾਰਾਂ 'ਚ ਆ ਜਾਵੇ, ਸੋਸ਼ਲ ਮੀਡੀਆ 'ਚ ਆ ਜਾਵੇ, ਇਲੈਕਟ੍ਰੋਨਿਕ ਮੀਡੀਆ 'ਚ ਆ ਜਾਵੇ। ਮੈਂ ਕਹਿੰਦਾ ਅੱਜ ਦਾ ਦਿਨ ਅਸੀਂ ਵੀ ਅਵੇਅਰ ਹੀ ਕਰਾਂਗੇ। ਜੇ ਕੋਈ ਸਾਡੇ ਨਾਕੇ ਤੇ 10 ਵਜੇ ਨਿਕਲੇਗਾ ਉਹਨੂੰ ਦੱਸਾਂਗੇ ਕਿ ਇਹ ਆਰਡਰ ਆ, ਕੱਲ੍ਹ ਵੀ ਕਰਾਂਗੇ, 2-3 ਦਿਨ ਲੋਕਾਂ ਨੂੰ ਪ੍ਰੋਪਰ ਅਵੇਅਰ ਕਰਾਂਗੇ ਤਾਂ ਜੋ ਪਬਲਿਕ 'ਚ ਇੱਕ ਮੈਸੇਜ ਚਲਾ ਜਾਵੇ। ਸੋ ਕਿਉਂਕਿ ਕਈ ਲੋਕਾਂ ਨੇ ਲੀਗਲ ਐਕਸ਼ਨ ਦੇਖੋ, ਜਿਹੜਾ ਤਾਂ ਮਾਸਕ ਨਾ ਪਾਉਣਾ ਉਹ ਤਾਂ ਚਲਾਣੀ ਹੁੰਦੀ ਹੈ ਉਹਦੀ। ਬਿਲਕੁਲ ਜੀ, ਜੇ ਅਸੀਂ ਉਦੋਂ ਜੋ ਆਪਾਂ ਗੱਲ ਕੀਤੀ ਸੀ ਉਹਦੇ ਨਾਲ ਸਾਡੇ ਆਲਮੋਸਟ ਸਿਰਫ 20,000 ਜਿਸ ਤਰ੍ਹਾਂ ਮੁਲਾਜ਼ਮ ਅਸੀਂ ਇਲੈਕਸ਼ਨ 'ਤੇ ਲਾਇਆ, ਸਿਰਫ 500 ਬੰਦਾ ਇਹੋ ਜਿਹਾ ਰਹਿ ਗਿਆ ਸੀ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ, ਬਾਕੀ ਸਾਰਿਆਂ ਨੇ ਵੈਕਸੀਨੇਸ਼ਨ ਲਗਵਾ ਲਈ ਹੈ। ਸੋ ਫਿਰ ਵੀ ਜਿਹੜੇ ਕੁਝ ਬੰਦੇ ਨੇ ਜਿਹੜੇ ਰਹਿ ਗਏ ਨੇ, ਅਸੀਂ ਉਹਨਾਂ ਨੂੰ ਬਿਲਕੁਲ ਅਲਾਓ ਨਹੀਂ ਹੁਣ ਦਫ਼ਤਰਾਂ 'ਚ ਕਰ ਰਹੇ ਅਨਲੈਸ ਐਂਟਲ ਜੇ ਕਿਸੇ ਦੀ ਐਗਜ਼ੈਂਪਸ਼ਨ ਮੈਡੀਕਲੀ ਉਹਨੂੰ ਮਿਲੀ ਹੈ ਤੇ। ਸੋ ਇਹ ਬੜਾ ਕਲੀਅਰ ਹੈ। ਆਪਣੀ ਫਸਟ ਡੋਜ਼ ਵਾਲੇ ਤਕਰੀਬਨ ਆਪਣੇ ਜ਼ਿਲ੍ਹੇ 'ਚ 80% ਆਪਾਂ ਫਸਟ ਡੋਜ਼ ਪਹੁੰਚ ਚੁੱਕੇ ਹਾਂ। ਤਕਰੀਬਨ 4 ਲੱਖ ਵਿਅਕਤੀ ਅਜੇ ਵੀ ਐਸਾ ਹੈ ਜਿਹਨੂੰ ਫਸਟ ਡੋਜ਼ ਲੱਗਣ ਵਾਲੀ ਹੈ। 42% ਲੋਕਾਂ ਨੂੰ ਸੈਕੰਡ ਡੋਜ਼ ਲੱਗਣ ਵਾਲੀ ਹੈ। ਉਹਨਾਂ ਦੀ ਗਿਣਤੀ ਤਕਰੀਬਨ 10 ਲੱਖ ਦੇ ਕਰੀਬ ਬਣ ਜਾਂਦੀ ਹੈ। ਬੇਸਿਕਲੀ ਇਸ ਵੇਲੇ ਫਿਕਰ ਵਾਲੀ ਗੱਲ ਜਿਹੜੀ ਹੈ ਉਹ ਸਿਰਫ ਇਹੀ ਹੈ ਕਿ ਕਾਫੀ ਲੋਕ ਜਿਹੜੇ ਨੇ ਵੈਕਸੀਨੇਟਡ ਨੇ, ਜੋ ਇਨਫੈਕਟਡ ਵੀ ਹੁੰਦੇ ਨੇ, ਕਈ ਵਾਰੀ ਵੈਕਸੀਨੇਸ਼ਨ ਜਿਹਨੂੰ ਹੋਈ ਹੈ ਉਹਦੇ ਲਈ ਕੋਈ ਜਾਨਲੇਵਾ ਚੀਜ਼ ਨਹੀਂ ਹੈ। ਲੇਕਿਨ ਪ੍ਰੋਬਲਮ ਹੈ ਜਿਹੜੇ ਲੋਕ ਬਲਕਿ ਜ਼ਿਆਦਾ ਤੋਂ ਜ਼ਿਆਦਾ ਇੱਕੋ ਇਕਵਿਪਮੈਂਟ ਨੂੰ ਯੂਜ਼ ਕਰਦੇ ਨੇ, ਉੱਥੇ ਬਹੁਤ ਜ਼ਿਆਦਾ ਚਾਂਸ ਆਫ ਇਨਫੈਕਸ਼ਨ ਬਿਕੋਜ਼ ਤੁਹਾਡਾ ਜਿਹੜਾ ਕਾਮਨ ਇੰਸਟਰੂਮੈਂਟਸ ਨੂੰ ਯੂਜ਼ ਕਰਨਾ, ਇਸ ਕਰਕੇ ਕਿਉਂਕਿ ਉੱਥੇ ਸਵੈਟ ਦੇ ਨਾਲ ਇੱਕ ਕਲੋਜ਼ ਡੋਰ ਦੇ ਵਿੱਚ ਬਿਕੋਜ਼ ਤੁਹਾਡੀ ਬਰੀਥਿੰਗ ਉਸ ਲੈਵਲ 'ਤੇ ਹੈ, ਤੁਸੀਂ ਬਹੁਤ ਚਾਂਸ ਆਫ ਇਨਫੈਕਸ਼ਨ ਵੱਧ ਜਾਂਦਾ ਹੈ। ਇਸ ਕਰਕੇ ਉਹਨਾਂ ਨੂੰ ਸਪੈਸ਼ਲ ਤੌਰ 'ਤੇ ਬੰਦ ਕੀਤਾ ਗਿਆ। ਅੱਜ ਅਸੀਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਪਹਿਲੀ ਜਿਸ ਤਰ੍ਹਾਂ ਸੀਪੀ ਸਾਹਿਬ ਨੇ ਦੱਸਿਆ ਹੈ ਕਿ ਪਹਿਲਾ ਫਰਜ਼ ਅਸੀਂ ਇਹ ਸਮਝਿਆ ਹੈ ਕਿ ਇਮੀਡੀਏਟਲੀ ਤੁਹਾਡੇ ਰਾਹੀਂ ਇਹ ਸੂਚਨਾ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚ ਜਾਏ, ਕਿਉਂਕਿ ਲੋਕਾਂ ਨੂੰ ਅਜੇ ਤੱਕ ਪਤਾ ਵੀ ਨਹੀਂ ਹੈ, ਕਈਆਂ ਨੇ ਵਿਆਹ ਰੱਖੇ ਨੇ, ਕਿਸੇ ਨੇ ਕੁਛ। ਸੋ ਸਡਨਲੀ ਕਈ ਵਾਰੀ ਅਸੀਂ ਇਹ ਚਾਹੁੰਦੇ ਸੀ ਕਿ ਤਾਂ ਹੀ ਪ੍ਰੈਸ ਕਾਨਫਰੰਸ ਬੁਲਾਈਏ ਇੱਕ ਅੱਧੇ ਦਿਨ ਦੇ ਵਿੱਚ, ਤਾਂ ਕਿ ਲੋਕ ਆਪਣੇ ਪ੍ਰੋਗਰਾਮ ਨੂੰ ਰੀਸ਼ਡਿਊਲ ਕਰ ਲੈਣ, ਉਹਨਾਂ ਨੂੰ ਪਤਾ ਲੱਗ ਜਾਵੇ, ਤਾਂ ਕਿ ਅਸੀਂ ਜਿਹੜਾ ਹੈ ਫਿਰ ਉਸ ਤੋਂ ਬਾਅਦ 1-2 ਦਿਨਾਂ ਤੱਕ ਜੋ ਗਰਾਊਂਡ 'ਤੇ ਸਖਤੀ ਜਿਹੜੀ ਹੈ ਇਹ ਤੁਹਾਨੂੰ ਵੇਖਣ ਨੂੰ ਮਿਲੇਗੀ। ਸਰ ਨਹੀਂ, ਉੱਥੇ ਵੀ ਅਸੀਂ ਗੈਦਰਿੰਗ ਨੂੰ ਜਿਹੜਾ ਫਿਕਸ ਕਰਾਂਗੇ ਜੀ, ਕਿਉਂਕਿ ਹੁਣ ਤੁਸੀਂ ਦੇਖੋਗੇ ਕਿ ਆਲਰੇਡੀ ਪਹਿਲਾਂ ਤਾਂ ਟੂਰਿਸਟ ਆ ਰਿਹਾ ਸੀਗਾ, ਕਿਸੇ ਨੂੰ ਰਿਸਟ੍ਰਿਕਸ਼ਨ ਦਾ ਪਤਾ ਹੀ ਨਹੀਂ ਹੈ। ਜਿੱਦਾਂ ਦਾ ਇਹ ਹੁਣ ਪਤਾ ਹੈ ਈਵਨ ਲੋਕਾਂ ਦਾ ਦੂਜੇ ਉੱਥੋਂ ਆਉਣਾ ਵੀ ਬੰਦ ਹੋ ਰਿਹਾ ਸਟੇਟਾਂ 'ਚੋਂ, ਤਾਂ ਇਹ ਰਿਸਟ੍ਰਿਕਸ਼ਨ ਅਸੀਂ ਉੱਥੇ ਵੀ ਲਾਗੂ ਕਰ ਰਹੇ ਹਾਂ। ਅਸੀਂ ਉੱਥੇ ਜਿਹੜੀ ਹੈ ਨਾ ਜੀ ਕਪੈਸਿਟੀ ਜਿਹੜੀ ਹੈ ਅਸੀਂ 50%, ਕਿਉਂਕਿ ਇਹਦੇ ਵਿੱਚ ਸਟੇਡੀਅਮ ਜਾਂ ਉਹ ਜਿਹੜੇ ਆਉਂਦੇ ਆ ਜ਼ੂ ਮਿਊਜ਼ੀਅਮ ਦੀ ਕੈਟਾਗਰੀ 'ਚ ਆਏਗਾ, ਉਹ ਅਸੀਂ ਐਨਾਲਾਈਜ਼ ਕਰਕੇ ਉੱਥੇ ਕਿੰਨੀ ਸਪੇਸ ਹੈਗੀ ਹੈ ਉਹ ਅਸੀਂ BSF ਤੋਂ ਮੰਗਵਾ ਰਹੇ ਹਾਂ। ਕਿ ਜੇ ਅਸੀਂ ਪੂਰੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਉੱਥੇ ਬੰਦੇ ਨੂੰ ਬੁਲਾਉਂਦੇ ਹਾਂ ਕਿ ਉਹ ਤੁਸੀਂ ਉਹਨੂੰ ਆਪਰੇਟ ਕਰ ਸਕਦੇ ਹੋ ਜਾਂ ਤੁਸੀਂ 700 ਵਾਲੀ ਗੈਦਰਿੰਗ ਨੂੰ ਕਰ ਸਕਦੇ ਹੋ। ਵਾਹੀਕਲ 'ਚ ਕਿੰਨੇ ਸਰ ਉਹਦੇ ਬਾਰੇ ਅਜੇ ਕੋਈ ਨਹੀਂ। ਉਹਨਾਂ ਵੱਲੋਂ ਕੋਈ ਉਹਨਾਂ ਨੂੰ ਉੱਤੇ ਬੇਸਿਕਲੀ ਕੋਵਿਡ ਗਾਈਡਲਾਈਨਸ ਜਿਹੜੀਆਂ ਪ੍ਰਵੇਲ ਕਰਨਗੀਆਂ। ਨਹੀਂ ਜੀ, ਉਹਨਾਂ ਦੇ ਵਿੱਚ ਬੜਾ ਕਲੀਅਰ ਹੈਗਾ, ਅਸੀਂ ਆਨਲਾਈਨ ਕੀਤਾ ਜੀ। ਜਿਹੜੇ ਆਫਲਾਈਨ ਨੇ ਸਿਰਫ ਮੈਡੀਕਲ ਤੇ ਨਰਸਿੰਗ ਨੇ, ਇਹ ਸਾਰਿਆਂ ਤੇ ਲਾਗੂ ਹੋਏਗਾ, ਸਾਰੇ ਆਨਲਾਈਨ ਰਹਿਣਗੇ, ਸਾਰੇ ਆਨਲਾਈਨ। ਲਾਸਟ ਟਾਈਮ ਸਰ ਹੋਮ ਡਿਲੀਵਰੀ ਦਾ ਕੰਮ ਕੰਸੈਪਟ ਹੈ, ਵੈਸੇ ਕਾਫੀ ਇਸ ਤੱਕ ਹੋਮ ਡਿਲੀਵਰੀ ਹੋ ਜਾਂਦੀ ਹੈ।